ਕਾਦੀਆਂ ਦਾ ਵਿਧਾਇਕ ਫਤਿਹ ਜੰਗ ਬਾਜਵਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਜਿਨ੍ਹਾਂ ਨੂੰ ਘਰਾਂ 'ਚ ਰੋਟੀ ਨਹੀਂ ਮਿਲਦੀ, ਪੁੱਛਦਾ ਕੋਈ ਨਹੀਂ, ਉਹ ਬਣ ਜਾਂਦਾ ਇਹਦਾ ਵੀ ਮੈਂ ਇੱਕ ਵੀਡੀਓ ਪਾ ਦਿੰਦੇ ਵੀ ਜੀ ਅਸੀਂ ਇਹ ਗੱਲ ਕਰਾਂਗੇ, ਆਵਾਂਗੇ ਤੁਹਾਡੇ ਪਿੰਡ ਉਦੋਂ ਕਰਾਂਗੇ ਗੱਲ। ਭੁੱਖੇ ਨੰਗੇ ਇਹ ਨਹੀਂ ਹੈਗੇ, ਭੁੱਖੇ ਨੰਗੇ ਇਹ ਲੋਕ ਵਾ ਜਿਹੜੀਆਂ ਸਾਡੀਆਂ ਵੋਟਾਂ ਤੇ ਸਾਡੇ ਟੈਕਸਾਂ ਤੇ ਜਿਹੜਾ ਇਹਨਾਂ ਨੇ ਢਿੱਡ ਭਰੇ ਆ। ਕੋਈ ਬੰਦਾ ਕਿਸੇ ਨੂੰ ਅੜਚਨ ਬਣਨ ਦੀ ਕੋਸ਼ਿਸ਼ ਕਰੇਗਾ ਤੇ ਉਹਤੇ ਜੋ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ। ਸਾਡੇ ਘਰਾਂ ਜਾਣ ਆਣ ਕੇ ਸਾਡੇ ਨਿਆਲਿਆਂ ਦੀਆਂ ਨਲੀਆਂ ਤੱਕ ਪਹੁੰਚਦੇ ਆ ਜਦੋਂ ਵੋਟਾਂ ਹੁੰਦੀਆਂ। ਫਿਰ ਭੁੱਖੇ ਨੰਗੇ ਕੌਣ ਹੋਏ? ਇਹ ਹੋਏ ਕਿ ਕਿਸਾਨ ਹੋਏ? ਮਤਲਬ ਵੀ ਲੋਕਾਂ ਨੂੰ ਸਰਕਾਰ ਦੀ ਦਿੱਤੀ ਸਹੂਲਤ ਨਹੀਂ ਮਿਲਣੀ ਚਾਹੀਦੀ। ਇਹ ਕਿੰਨੀ ਸੌੜੀ ਸੋਚ ਹੋ ਸਕਦੀ ਹੈ, ਕਿੰਨੀ ਘਟੀਆ ਸੋਚ ਮੈਂ ਸਮਝਦਾ ਲੋਕਾਂ ਦੀ ਹੈ। ਤੇ ਕਿਤੇ ਵੀ ਜਾਣਗੇ ਇਹ ਬਾਜਵੇ, ਜਿੰਨਾ ਚਿਰ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਦਾ ਵਿਰੋਧ ਜਿਹੜਾ ਦਿਨ ਬ ਦਿਨ ਤੇਜ਼ ਕਰਦੇ ਜਾਵਾਂਗੇ। ਪਰ ਤੁਹਾਡੇ ਹੀ ਤੇ ਸੱਜਣ ਨੇ, ਤੁਹਾਡੇ ਹੀ ਤੇ ਸਾਥੀ ਨੇ, ਤੁਹਾਡੇ ਹੀ ਤੇ ਭਰਾ ਨੇ ਜਿਹੜੇ ਇਹਨਾਂ ਨੂੰ ਸੱਦਦੇ ਨੇ, ਜਿਹੜੇ ਇਹਨਾਂ ਨੂੰ ਬੁਲਾਉਂਦੇ ਨੇ, ਚਾਹਾਂ ਪਿਆਉਂਦੇ ਨੇ ਔਰ ਨਾਰੇ ਵੀ ਮਾਰਦੇ ਨੇ। ਤੇ ਫਿਰ ਫਾਇਦਾ ਕੀ ਹੋਇਆ? ₹360 ਗੰਨੇ ਦਾ ਭਾਅ ਕਿੰਨੇ ਕੀਤਾ? ਮੈਂ ਗੱਲ ਨਹੀਂ ਕਰਨਾ ਚਾਹਤਾ। ਕੋਈ ਰੇਟ ਸਾਨੂੰ ਕਿਸੇ ਨੇ ਦਵਾਇਆ। ਜੇ ਮਿਲਿਆ ਸਾਨੂੰ ਸੰਘਰਸ਼ਾਂ ਚੋਂ ਮਿਲਿਆ ਵਾ, ਜੇ ਲਿਆ ਅਸੀਂ ਧੌਣ ਤੇ ਗੋਡਾ ਰੱਖ ਕੇ ਲਿਆ ਵਾ। 5 ਸਾਲ ਤੋਂ ਵੀ ਤੇ ਬਾਜਵਾ ਸਾਹਿਬ ਉਹਨਾਂ ਦੇ ਨਾਲ ਹੀ। ਉਦੋਂ ਤਾਂ ਕਿਉਂ ਨਹੀਂ ਇਹਨਾਂ ਨੂੰ ਰਾਇ ਦੇਤੀ? ਉਦੋਂ ਤੇ ਕਿਉਂ ਨਹੀਂ ਰੇਟ ਇਹਨਾਂ ਨੇ ਵਧਾਤੇ? ਕਿਤੇ ਇਹ ਤਾਂ ਨਹੀਂ ਕਿ ਕਿਸੇ ਰਾਜਨੀਤਿਕ ਪਾਰਟੀ ਦੇ ਤੁਸੀਂ ਹੱਥ ਹੋ ਕੇ ਬਣ ਗਏ ਹੋ, ਕਿਸੇ ਦੇ ਇਸ਼ਾਰੇ ਤੇ ਕਿਹਾ ਗਿਆ ਹੋਵੇ। ਕਾਂਗਰਸ ਜਿਹੜੀ ਹੈ ਨਾ, ਇਹਦੀ ਮੱਝ 'ਚ ਬੱਲੇ ਬੱਲੇ ਹੋ ਰਹੀ ਹੈ, ਜਰਾ ਕੁ ਹੁਣ ਇਹਦੀ ਲੱਤ ਖਿੱਚੋ। ਇਹ ਤਾਂ ਵੀ ਉੱਡ ਜਾਂਦੇ ਆ ਜੀ, ਜਦੋਂ ਮੌਕਾ ਆਉਂਦਾ ਨਾ, ਜਦੋਂ ਲੋਕਾਂ ਦੇ ਮੁਸੀਬਤ ਆਉਂਦੀ ਹੈ ਇਹ ਉੱਡ ਜਾਂਦੇ ਆ, ਤਾਂ ਫਿਰ ਲੱਭਦੇ ਨਹੀਂ। ਜਿਹੜੀ ਤੁਸੀਂ ਗੱਲ ਕਰ, ਗਲਤੀਆਂ ਵੀ ਉਹ ਕਰਨ ਤੇ ਜਾਈਏ ਵੀ ਅਸੀਂ ਉਹਨਾਂ ਕੋ, ਇਹ ਕੋਈ ਗੱਲ ਨਹੀਂ ਬਣਦੀ। ਅਸੀਂ ਤਾਂ ਚਾਹੁੰਦੇ ਕਿ ਜਿਹੜੀ ਇਹਨਾਂ ਗਲਤੀ ਕੀਤੀ ਆ, ਇਹ ਪ੍ਰੈਸ ਨੂੰ ਸੱਦ ਕੇ ਸੌਰੀ ਫੀਲ ਕਰਨ, ਸਾਰੇ ਕਿਸਾਨਾਂ ਕੋ ਮਾਫੀ ਮੰਗਣ ਕਿ ਜੋ ਮੇਰੇ ਕੋਲ ਲਫ਼ਜ਼ ਨਿਕਲੇ ਮੈਂ ਮਾਫੀ ਮੰਗਦਾ ਆ। ਫਤਿਹ ਜੰਗ ਬਾਜਵਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਕਾਦੀਆਂ ਦਾ ਵਿਧਾਇਕ ਫਤਿਹ ਜੰਗ ਬਾਜਵਾ ਮੁਰਦਾਬਾਦ। ਜੇ ਕੋਈ ਬੰਦਾ ਕਿਸੇ ਨੂੰ ਅੜਚਨ ਬਣਨ ਦੀ ਕੋਸ਼ਿਸ਼ ਕਰੇਗਾ ਤੇ ਉਹਤੇ ਜੋ ਕਾਰਵਾਈ ਕਾਨੂੰਨੀ ਹੋਣੀ ਚਾਹੀਦੀ ਹੈ। ਜਿਹੜੇ ਕਿਸਾਨੀ ਮੋਰਚੇ ਨੇ, ਸੰਯੁਕਤ ਮੋਰਚੇ ਨੇ ਗੱਲ ਕਹੀ ਹੈ ਵੀ ਕਿਸੇ ਵੀ ਕਿਸਾਨ ਨੂੰ ਇਹ ਨਹੀਂ ਕਿਸੇ ਨੂੰ ਆਗਿਆ ਦਿੱਤੀ ਜਾਂਦੀ ਵੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਦੇ ਜਾ ਕੇ ਉਹਨਾਂ ਦੀ ਰੁਕਾਵਟ ਬਣੋ। ਹਾਂ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹਨਾਂ ਨੇ ਇਹ ਗੱਲ ਕਹੀ ਵੀ ਕਾਨਫਰੰਸਿਸ ਨਾ ਕਰੋ। ਅਸੀਂ ਪਾਰਟੀ ਦੀ ਕਾਨਫਰੰਸ ਨਹੀਂ, ਇਹ ਲੋਕਾਂ ਦੀ ਦਰਬਾਰ ਹੈ, ਲੋਕਾਂ ਦਾ ਕੰਮ ਕਰਨ ਲਈ ਹੈ। ਇਹਦਾ ਮਤਲਬ ਵੀ ਲੋਕਾਂ ਨੂੰ ਸਰਕਾਰ ਦੀ ਦਿੱਤੀ ਸਹੂਲਤ ਨਹੀਂ ਮਿਲਣੀ ਚਾਹੀਦੀ। ਇਹ ਕਿੰਨੀ ਸੌੜੀ ਸੋਚ ਹੋ ਸਕਦੀ ਹੈ, ਕਿੰਨੀ ਘਟੀਆ ਸੋਚ ਮੈਂ ਸਮਝਦਾ ਲੋਕਾਂ ਦੀ ਹੈ। ਦੇ ਇੱਕ ਗਰੀਬ ਨੂੰ ਉਹਦਾ ਜੇ ਫਾਇਦਾ ਮਿਲਦਾ ਸਰਕਾਰ ਦਾ, ਉਹ ਕਹਿੰਦੇ ਨੇ ਜੀ ਵੀ ਇਹਦੇ ਵਿੱਚ ਕੋਈ ਕਾਂਗਰਸ ਦਾ ਨਾਂ ਤੁਸੀਂ ਕਿਸੇ ਨੂੰ ਸੁਣਿਆ ਵੀ ਅਸੀਂ ਪਾਰਟੀ ਵੱਲੋਂ ਆਹ ਕਰ ਰਹੇ ਹਾਂ ਜੀ, ਆਹ ਕਰ ਰਹੇ ਹਾਂ ਜੀ। ਅਸੀਂ ਕਿਹਾ ਸਰਕਾਰ ਦੀ ਦਿੱਤੀ ਹੋਈ ਸਹੂਲਤ ਤੁਹਾਨੂੰ ਮਿਲਣੀ ਚਾਹੀਦੀ। ਬਿਲਕੁਲ ਗਲਤ ਗੱਲ ਹੈ। ਮੈਂ ਇਹ ਸਮਝਦਾ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਜਿੱਦਣ ਤੁਹਾਡੇ ਪਿੰਡ ਆਵਾਂਗੇ ਨਾ, ਉਦੋਂ ਤੁਹਾਡੀ ਹਰ ਗੱਲ ਦਾ ਜਵਾਬ ਦੇਵਾਂਗੇ ਤੇ ਤੁਹਾਡੇ ਕੋਲ ਵੀ ਲਵਾਂਗੇ। ₹360 ਗੰਨੇ ਦਾ ਭਾਅ ਕਿੰਨੇ ਕੀਤਾ? ਮੈਂ ਗੱਲ ਨਹੀਂ ਕਰਨਾ ਚਾਹਤਾ। ਬਜਾਏ ਵੀ ਉਸ ਚੀਜ਼ ਦਾ ਸਾਰੇ ਹਰ ਕਿਸਾਨ ਨੂੰ 25,000 ਕਿੱਲੇ ਦਾ ਫਾਇਦਾ ਹੋਇਆ। ਬਜਾਏ ਧੰਨਵਾਦ ਕਰਨ ਦੇ, ਜਿਨ੍ਹਾਂ ਨੂੰ ਘਰਾਂ 'ਚ ਰੋਟੀ ਨਹੀਂ ਮਿਲਦੀ, ਪੁੱਛਦਾ ਕੋਈ ਨਹੀਂ, ਉਹ ਬਣ ਜਾਂਦਾ ਇਹਦਾ ਵੀ ਮੈਂ ਇੱਕ ਵੀਡੀਓ ਪਾ ਦਿੰਦੇ ਵੀ ਜੀ ਅਸੀਂ ਇਹ ਗੱਲ ਕਰਾਂਗੇ, ਆਵਾਂਗੇ ਤੁਹਾਡੇ ਪਿੰਡ ਉਦੋਂ ਕਰਾਂਗੇ ਗੱਲ। ਤੁਸੀਂ ਜੁੜੇ ਹੋ ਤਾਂ ਟੀਵੀ NRI ਨਾਲ। ਮੈਂ ਹਾਂ ਰਸ਼ਪਾਲ ਸਿੰਘ ਔਰ ਅਸੀਂ ਇਸ ਵੇਲੇ ਬਟਾਲਾ ਦੇ ਇੱਕ ਚੌਂਕ ਦੇ ਵਿੱਚ, ਔਰ ਜਿੱਥੇ ਕਿਸਾਨ ਜਥੇਬੰਦੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਭਜਨ ਸਿੰਘ ਔਰ ਉਹਨਾਂ ਦੇ ਸਾਥੀ ਸਮੁੱਚੀ ਟੀਮ ਇਸ ਵੇਲੇ ਖੜੀ ਹੈ। ਔਰ ਇਸੇ ਚੌਂਕ ਦੇ ਵਿੱਚ ਅਸੀਂ ਦੇਖ ਪਾ ਰਹੇ ਕਿ ਨਾਲ ਦੇ ਨਾਲ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਪੁਤਲਾ ਹੈ, ਔਰ ਇਹ ਜੋ ਪੁਤਲਾ ਉਹਦੇ ਉੱਪਰ ਤਸਵੀਰ ਲੱਗੀ ਹੈ ਫਤਿਹ ਜੰਗ ਸਿੰਘ ਬਾਜਵਾ ਦੀ। ਇਹ ਜਿਹੜੀ ਤਸਵੀਰ ਹੈ ਉਹ ਲੱਗੀ ਹੈ। ਸੋ
ਫਤਿਹ ਜੰਗ ਸਿੰਘ ਬਾਜਵਾ ਦਾ ਇਹ ਪੁਤਲਾ ਬਣਾਇਆ ਗਿਆ। ਇਹਨਾਂ ਨੇ ਕੁੱਟ ਕੇ ਹੱਥਾਂ ਦੇ ਵਿੱਚ ਉਹਦੀਆਂ ਬਾਹਾਂ ਫੜੀਆਂ ਹੋਈਆਂ ਨੇ, ਪਤਾ ਨਹੀਂ ਕੀ ਕਾਰਨ ਆ, ਪੁੱਛਦੇ ਹੋ ਵੀ। ਔਰ ਨਾਲ ਦੇ ਨਾਲ ਇੱਕ ਚੀਜ਼ ਹੋਰ ਵੀ ਹੈ ਕਿ ਆਖਿਰ ਕੀ ਨੌਬਤ ਆ ਗਈ, ਫਤਿਹ ਜੰਗ ਸਿੰਘ ਬਾਜਵਾ ਨਾਲ ਐਸੀ ਕੀ ਨਾਰਾਜ਼ਗੀ ਹੋ ਗਈ, ਕੀ ਕਾਰਨ ਹੈ ਕਿ ਅੱਜ ਇਹਨਾਂ ਨੂੰ ਇਸ ਫੁਆਰਾ ਚੌਂਕ ਦੇ ਵਿੱਚ ਆਣ ਕੇ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ, ਇਹ ਪੁਤਲਾ ਬਣਾਉਣਾ ਪੈ ਰਿਹਾ। ਔਰ ਫਤਿਹ ਜੰਗ ਸਿੰਘ ਬਾਜਵਾ ਜਿਨ੍ਹਾਂ ਨੇ ਬਹੁਤ ਸਾਰੀ ਕ੍ਰੈਡਿਟ ਵਾਰ ਲਈ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਉਹਨਾਂ ਨੂੰ ਕਿ ਜੋ ਕਿਸਾਨਾਂ ਦੇ ਵਾਸਤੇ ਉਹ ਕਰ ਸਕਦਾ ਬਾਜਵਾ ਪਰਿਵਾਰ, ਸ਼ਾਇਦ ਹੋਰ ਕੋਈ ਸਰਕਾਰ ਨੇ ਨਹੀਂ ਕੀਤਾ, ਪਰ ਉਹਦੇ ਬਾਵਜੂਦ ਕਿਸਾਨ ਮਜ਼ਦੂਰ ਇਹ ਜਿਹੜਾ ਸੰਘਰਸ਼ ਕਮੇਟੀ ਹੈ ਨਾਰਾਜ਼ ਕਿਉਂ ਆ, ਅਸੀਂ ਜਾਣਾਂਗੇ ਹਰਭਜਨ ਸਿੰਘ ਜੀ ਕੋਲੋਂ। ਹਰਭਜਨ ਸਿੰਘ, ਐਸਾ ਕੀ ਕਾਰਨ ਹੋ ਗਿਆ ਕਿ ਜਦ ਕਿ ਇਸ ਵੇਲੇ ਮਾਝੇ ਦੀ ਧਰਤੀ ਦੇ ਉੱਤੇ ਬਾਜਵਾ ਹੋਈ ਪਈ ਸਾਰੇ ਪਾਸੇ, ਔਰ ਤੁਸੀਂ ਇਹਨਾਂ ਨਾਲ ਨਾਰਾਜ਼ਗੀ ਕਰਦੇ ਪਏ? ਵੇਖੋ ਜੀ, ਸਾਡੀ ਕੋਈ ਨਿੱਜੀ ਇਹਨਾਂ ਨਾਲ ਨਾਰਾਜ਼ਗੀ ਰੰਜਿਸ਼ ਨਹੀਂ ਹੈਗੀ, ਪਰ ਪਿਛਲੇ ਦਿਨੀ 3-4 ਦਿਨ ਪਹਿਲਾਂ ਕਾਹਨੂੰਵਾਲ ਦੇ ਵਿੱਚ ਇਹਨੇ ਇੱਕ ਆਪਣਾ ਸੰਗਤ ਦਰਸ਼ਨ ਪ੍ਰੋਗਰਾਮ ਰੱਖਿਆ ਸੀ ਵੀ ਲੋਕਾਂ ਨੂੰ ਆਉਣ ਦੀ ਸਪੋਰਟ, ਉਹਨਾਂ ਦੇ ਮਸਲੇ ਹੱਲ ਕਰਾਂਗੇ। ਸਾਡੀ ਜਥੇਬੰਦੀ ਦੇ ਵੀ ਕੁਝ ਲੋਕ ਜਿਹੜੇ ਸਾਡੇ ਨਾਲ ਜੁੜੇ, ਅਸੀਂ ਵੀ ਉਹਨਾਂ ਕੋਲੋਂ ਕੁਝ ਆਪਣੇ ਮਸਲੇ ਲੈ ਕੇ ਜਾਣਾ ਸੀਗਾ। ਅਸੀਂ ਆਪਣਾ ਮੈਨੀਫੈਸਟੋ ਇੱਕ ਤਿਆਰ ਕਰਕੇ ਮੈਮੋਰੰਡਮ ਉਹਨੂੰ ਦੇਣਾ ਸੀਗਾ, ਪਰ ਉਹ ਉੱਥੇ ਜਦੋਂ ਸਾਡੀ ਜਥੇਬੰਦੀ ਗਈ ਸਾਨੂੰ ਅੰਦਰ ਨਹੀਂ ਵੜਨ ਦਿੱਤਾ, ਗੇਟ ਬੰਦ ਕਰ ਦਿੱਤਾ। ਤੇ ਸਾਨੂੰ ਸਗੋਂ ਜਿਹੜਾ ਮੰਦੀ ਸ਼ਬਦਾਵਲੀ ਜਿਹੜੀ ਕਿਸਾਨਾਂ ਨੂੰ ਬੋਲੀ ਗਈ ਆ ਵੀ ਇਹ ਕਿਸਾਨ ਜਿਹੜੇ ਆ ਭੁੱਖੇ ਨੰਗੇ ਜਿਹੜੇ ਲੋਕ ਵਾ ਜਿਨ੍ਹਾਂ ਨੂੰ ਘਰਾਂ 'ਚ ਕੋਈ ਪੁੱਛਦਾ ਨਹੀਂਗਾ, ਉਹ ਸਾਡਾ ਵਿਰੋਧ ਕਰਨ ਆ ਜਾਂਦਾ ਆ। ਮੈਂ ਕਹਿਣਾ ਚਾਹੁੰਦਾ ਚੰਗੇ ਚੰਗੇ ਘਰਾਂ ਦੇ ਸਾਰੇ ਲੋਕ ਇੱਥੇ ਆਏ ਆ, ਜ਼ਮੀਨਾਂ ਜਾਇਦਾਦਾਂ ਦੇ ਲੋਕ ਵਾ, ਭੁੱਖੇ ਨੰਗੇ ਇਹ ਨਹੀਂ ਹੈਗੇ। ਭੁੱਖੇ ਨੰਗੇ ਇਹ ਲੋਕ ਵਾ ਜਿਹੜੀਆਂ ਸਾਡੀਆਂ ਵੋਟਾਂ ਤੇ ਸਾਡੇ ਟੈਕਸਾਂ ਤੇ ਜਿਹੜਾ ਇਹਨਾਂ ਨੇ ਢਿੱਡ ਭਰੇ ਆ, ਵੱਡੀਆਂ ਵੱਡੀਆਂ ਗੱਡੀਆਂ ਤੇ ਵੱਡੇ ਵੱਡੇ ਰਾਜ ਹੰਢਾ ਰਹੇ ਆ। ਭੁੱਖੇ ਨੰਗੇ ਅਸੀਂ ਨਹੀਂ ਗਏ, ਭੁੱਖੇ ਨੰਗੇ ਇਹ ਆ। ਇਹ ਲੋਕ ਕਦੀ ਭੁੱਖਿਆਂ ਦੇ ਘਰ ਨਹੀਂ ਜਾਂਦੇ, ਰੱਜਿਆਂ ਦੇ ਘਰ ਜਾਂਦੇ ਆ। ਇਹ ਸਾਡੇ ਘਰਾਂ ਜਾਣ ਆਣ ਕੇ ਸਾਡੇ ਨਿਆਲਿਆਂ ਦੀਆਂ ਨਲੀਆਂ ਤੱਕ ਪਹੁੰਚਦੇ ਆ ਜਦੋਂ ਵੋਟਾਂ ਹੁੰਦੀਆਂ। ਫਿਰ ਭੁੱਖੇ ਨੰਗੇ ਕੌਣ ਹੋਏ? ਇਹ ਹੋਏ ਕਿ ਕਿਸਾਨ ਹੋਏ? ਇਸ ਗੱਲ ਦਾ ਜ਼ਿਆਦਾ ਗੁੱਸਾ ਤੁਹਾਡੇ ਮਨ 'ਚ? ਸਾਰਾ ਬਿਲਕੁਲ ਅਸੀਂ ਕਹਿੰਦੇ ਜਿੰਨਾ ਚਿਰ ਮਾਫੀ ਨਾ ਮੰਗੀ, ਕਿਸਾਨਾਂ ਮਜ਼ਦੂਰਾਂ ਤੋਂ ਮਾਫੀ ਮੰਗ ਕੇ ਜਿੰਨਾ ਚਿਰ ਆਪਣੇ ਬੋਲ ਵਾਪਸ ਨਾ ਲਏ, ਉਹਨਾਂ ਚਿਰ ਇਹ ਸੰਘਰਸ਼ ਦਿਨ ਬ ਦਿਨ ਤੇਜ਼ ਹੁੰਦਾ ਜਾਊਗਾ। ਅੱਜ ਅਸੀਂ ਸ਼ਹਿਰ 'ਚ ਪੁਤਲਾ ਫੂਕ ਰਹੇ ਹਾਂ, ਪਿੰਡ ਪਿੰਡ ਪੁਤਲੇ ਫੂਕਾਂਗੇ, ਘਰ ਘਰ ਪੁਤਲੇ ਫੂਕਾਂਗੇ, ਤੇ ਕਿਤੇ ਵੀ ਜਾਣਗੇ ਇਹ ਬਾਜਵੇ। ਜਿੰਨਾ ਚਿਰ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਦਾ ਵਿਰੋਧ ਜਿਹੜਾ ਦਿਨ ਬ ਦਿਨ ਤੇਜ਼ ਕਰਦੇ ਜਾਵਾਂਗੇ। ਹਰਭਜਨ ਸਿੰਘ ਜੀ, ਜਿਹੜੀ ਨਾਰਾਜ਼ਗੀ ਤੇ ਚਲੋ ਸ਼ਬਦਾਵਲੀ ਜਿਹੜੀ ਹੁੰਦੀ ਹੈ, ਸ਼ਬਦ ਜਿਹੜੇ ਹੁੰਦੇ ਨੇ ਮਰਿਆਦਾ ਤੇ ਰਹਿਣੇ ਚਾਹੀਦੇ ਨੇ। ਕਦੀ ਵੀ ਵਿਵਾਦਤ ਸ਼ਬਦ ਜਿਹੜੇ ਨੇ ਕਿਸੇ ਵੀ ਨੇਤਾ ਨੂੰ ਨਹੀਂ ਬੋਲਣੇ ਚਾਹੀਦੇ। ਜਿਹੜੇ ਜਨਪ੍ਰੀਤੀ ਜਨਤਾ ਦੇ ਚੁਣੇ ਹੋਏ ਨੇਤਾ ਨੇ, ਤੁਹਾਡੀਆਂ ਭਾਵਨਾਵਾਂ ਨੂੰ ਉਹਨਾਂ ਨੂੰ ਸਮਝਣਾ ਚਾਹੀਦਾ। ਪਰ ਕੋਈ ਤਾਂ ਵਜ੍ਹਾ ਹੋਏਗੀ, ਕੋਈ ਤੇ ਕਾਰਨ ਹੋਏਗਾ ਨਾ ਕਿ ਆਖਿਰ ਇਹ ਲਫ਼ਜ਼ ਜਿਹੜੇ ਕਹਿ ਦੇਣੇ। ਕਿਉਂਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਵਾਰੀ ਕਿਹਾ ਸੀ, ਆ ਜਿਹੜੇ ਲੋਕ ਧਰਨੇ ਲਾਉਂਦੇ ਨੇ ਤੇ ਇਹ ਜਿਹੜੇ ਲੋਕ ਪੁਲਾਂ ਤੇ ਬਹਿੰਦੇ, ਉਹਨਾਂ ਬਾਰੇ ਵੀ ਉਹਨਾਂ ਨੇ ਇੱਕ ਟਿੱਪਣੀ ਕੀਤੀ ਸੀ ਨਾ? ਕੀਤੀ ਯਾਦ ਆ ਕੀ ਕਿਹਾ ਸੀ? ਬਿਲਕੁਲ, ਉਹਨਾਂ ਕਿਹਾ ਇਹ ਵੇਲੜ ਲੋਕ ਵਾ, ਇਹ ਆਉਂਦੇ ਨੇ। ਇਹ ਵੇਲੜ ਨਹੀਂ, ਅਸਲ ਇਹਨਾਂ ਦੇ ਵੇਲੜਾਂ ਦੇ ਸਿਰ ਤੇ ਅੱਜ ਜਿਹੜਾ ਦੇਸ਼ ਚੱਲ ਰਿਹਾ। ਜਿਹੜੀ ਸਾਨੂੰ ਇਹਨਾਂ ਨੂੰ ਕਰਨ ਦੀ ਲੋੜ ਸੀ, ਅੱਜ ਸਾਡੇ ਕਿਸਾਨ ਮਜ਼ਦੂਰ ਦਿੱਲੀ ਦੇ ਵਿੱਚ ਬੈਠੇ 10 ਮਹੀਨਿਆਂ ਤੋਂ ਲਗਾਤਾਰ ਫਾਇਦਾ ਕਿ ਹੁਣ ਜਿਵੇਂ ਤੁਸੀਂ ਇੱਥੇ, ਮੈਂ ਤਕਰੀਬਨ ਤੁਹਾਡੀ ਗਿਣਤੀ ਦੇਖਾਂ ਤਾਂ ਵੱਧ ਤੋਂ ਵੱਧ ਤੁਸੀਂ 50 ਤੋਂ 70 ਹੋਵੋਗੇ, ਇੰਨੀ ਕੁ ਗਿਣਤੀ ਹੈ। ਪਰ ਤੁਹਾਡੇ ਹੀ ਤੇ ਸੱਜਣ ਨੇ, ਤੁਹਾਡੇ ਹੀ ਤੇ ਸਾਥੀ ਨੇ, ਤੁਹਾਡੇ ਹੀ ਤੇ ਭਰਾ ਨੇ ਜਿਹੜੇ ਇਹਨਾਂ ਨੂੰ ਸੱਦਦੇ ਨੇ, ਜਿਹੜੇ ਇਹਨਾਂ ਨੂੰ ਬੁਲਾਉਂਦੇ ਨੇ, ਚਾਹਾਂ ਪਿਆਉਂਦੇ ਨੇ ਔਰ ਨਾਰੇ ਵੀ ਮਾਰਦੇ ਨੇ। ਤੇ ਫਿਰ ਫਾਇਦਾ ਕੀ ਹੋਇਆ? ਤੁਹਾਡੇ 4 ਜਣਿਆਂ ਦੇ ਨਾਰਾਜ਼ਗੀ ਹੋਣ ਦੇ ਨਾਲ ਇਹਨਾਂ ਦੇ ਕਿਹੜੇ ਰੱਥ ਨੂੰ ਕੋਈ ਰੋਕ ਲੂਗਾ? ਨਹੀਂ ਜੀ ਨਹੀਂ, ਬਿਲਕੁਲ ਕੋਈ 4 ਜਾਣੇ ਨਹੀਂ ਹੈਗੇ ਸਾਡੇ। ਅਸੀਂ ਤਾਂ ਵੈਸੇ ਪ੍ਰੋਗਰਾਮ ਜਿਹੜਾ ਇੱਕਦਮ ਉਲੀਕਿਆ, ਇੱਥੇ ਹਜ਼ਾਰਾਂ ਦਾ ਇਕੱਠ ਵੀ ਅਸੀਂ ਕਰ ਸਕਦੇ ਹਾਂ, ਇਹ ਨਹੀਂ ਗੱਲ ਹੈਗੀ। ਹਾਂ, ਜਿਹੜੇ ਲੋਕ ਸਾਡੇ ਇਹਨਾਂ ਦੇ ਮਗਰ ਫਿਰਦੇ ਆ, ਬਹੁਤ ਗਲਤ ਗੱਲ ਆ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਭਾਈ ਵੇਖੋ ਜਿੱਦਣ ਜ਼ਮੀਨਾਂ ਜਾਣੀਆਂ ਤੁਹਾਡੀਆਂ ਵੀ ਜਾਣੀਆਂ ਵਾ, ਕਿਸੇ ਇੱਕ ਦੀ ਨਹੀਂ ਜਾਣੀ। ਤੇ ਆਪਣੀਆਂ ਜ਼ਮੀਰਾਂ ਨੂੰ ਜਗਾਓ, ਜ਼ਮੀਰਾਂ ਮਾਰ ਕੇ ਇਹਨਾਂ ਦੇ ਪਿੱਛੇ ਨਾ ਫਿਰੋ। ਪਿਛਲੇ 72-75 ਸਾਲਾਂ 'ਚ ਇਹਨਾਂ ਨੇ ਕਿਸੇ ਨੇ ਕੱਖ ਨਹੀਂ ਦਿੱਤਾ ਤੇ ਨਾ ਦੇਣਾ। ਨਹੀਂ, ਤੁਸੀਂ ਵੇਖੋ ਹੁਣੇ ਤੇ ਬਾਜਵਾ ਸਾਹਿਬ ਜਿਹੜੇ ਨੇ, ਚਾਹੇ ਫਤਿਹ ਜੰਗ ਸਿੰਘ ਬਾਜਵਾ ਦਾ ਜ਼ਿਕਰ ਕਰੀਏ, ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕਰੀਏ, ਉਹ ਤੇ ਦਾਅਵਾ ਕਰਦੇ ਪਏ ਨੇ ਵੀ ਇਸ ਵੇਲੇ ਤੁਹਾਨੂੰ ਜਿਹੜੇ ਗੰਨੇ ਦਾ ਰੇਟ ਹੈ ਪੂਰੇ ਦੇਸ਼ ਤੋਂ ਸਭ ਤੋਂ ਟੌਪ ਤੇ ਲੈ ਗਏ ਨੇ। ਉਹ ਕਹਿੰਦੇ ਐਡੀ ਵੱਡੀ ਸਾਡੀ ਦੇਣ ਹੋਵੇ ਔਰ ਤੁਸੀਂ ਲੋਕ ਉਹਨਾਂ ਦਾ ਧੰਨਵਾਦ ਕਰਨ ਦੀ ਬਜਾਏ ਤੁਸੀਂ ਉਹਨਾਂ ਦੀਆਂ ਲੱਤਾਂ ਖਿੱਚੋ। ਮਾੜੀ ਗੱਲ, ਲੱਤਾਂ ਨਹੀਂ ਬਾਹਾਂ ਵੀ ਖਿੱਚ ਰਹੇ ਤੁਸੀਂ ਉਹਨਾਂ, ਮਾੜੀ ਗੱਲ ਹੈ। ਵੇਖੋ ਬਿਲਕੁਲ ਕੋਈ ਰੇਟ ਸਾਨੂੰ ਕਿਸੇ ਨੇ ਦਵਾਇਆ। ਜੇ ਮਿਲਿਆ ਸਾਨੂੰ ਸੰਘਰਸ਼ਾਂ 'ਚੋਂ ਮਿਲਿਆ ਵਾ, ਜੇ ਲਿਆ ਅਸੀਂ ਧੌਣ ਤੇ ਗੋਡਾ ਰੱਖ ਕੇ ਲਿਆ ਵਾ। ਕਿਸੇ ਨੇ ਸਾਨੂੰ ਰੇਟ ਨਹੀਂ ਦਿੱਤਾ। ਅੱਜ ਤੋਂ 5 ਸਾਲ ਹੋ ਗਏ ਕਿਸੇ ਨੇ ਸਾਨੂੰ ਰੇਟ ਨਹੀਂ ਦਿੱਤਾ। ਇਸ ਜਥੇਬੰਦੀਆਂ ਦੀਆਂ ਤਾਕਤਾਂ ਨੇ, ਲੋਕਾਂ ਦੀਆਂ ਤਾਕਤਾਂ ਨੇ ਇਹ ਰੇਟ ਲਿਆ ਵਾ ਤੇ ਧੌਣ 'ਚ ਗੂਠਾ ਦੇ ਕੇ ਲਿਆ ਵਾ। ਬਾਜਵਾ ਸਾਹਿਬ ਤੇ ਇਹਦਾ ਕ੍ਰੈਡਿਟ ਲੈ ਰਹੇ ਨੇ। ਉਹ ਕਹਿ ਰਹੇ ਨੇ ਕਿ ਸਾਡੀ ਬਦੌਲਤ ਹੈ। ਅਸੀਂ ਅਗਰ ਕੈਪਟਨ ਸਾਹਿਬ ਨੂੰ ਸੁਝਾਅ ਨਾ ਦਿੱਤਾ ਹੁੰਦਾ, ਉਹਨਾਂ ਨੂੰ ਨਾ ਦੱਸਿਆ ਹੁੰਦਾ ਤਾਂ ਸ਼ਾਇਦ ਇਹ ਨਾ ਹੁੰਦਾ। ਉਹ ਤੇ ਆਪ ਕਹਿ ਰਹੇ ਨੇ ਕਿ ਤੁਹਾਡਾ ਧੰਨਵਾਦ ਕਰਨਾ ਬਣਦਾ ਸੀਗਾ ਤੇ ਤੁਸੀਂ ਇਹਨਾਂ ਦੇ ਪੁਤਲੇ ਫੂਕਣ ਲੱਗੇ ਹੋ। 5 ਸਾਲ ਤੋਂ ਵੀ ਤੇ ਬਾਜਵਾ ਸਾਹਿਬ ਉਹਨਾਂ ਦੇ ਨਾਲ ਹੀ। ਉਦੋਂ ਤਾਂ ਕਿਉਂ ਨਹੀਂ ਇਹਨਾਂ ਨੂੰ ਰਾਇ ਦੇਤੀ? ਉਦੋਂ ਤਾਂ ਕਿਉਂ ਨਹੀਂ ਰੇਟ ਇਹਨਾਂ ਨੇ ਵਧਾਤੇ?
ਲੋਕ ਖੁਦਕੁਸ਼ੀਆਂ ਕਰ ਰਹੇ ਆ, ਭੁੱਖ ਨੰਗਣਾ, ਜਿਹੜੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਵਾ ਕਰਜ਼ੇ ਚੜ ਕੇ ਬੁਰਾ ਹਾਲ ਹੋ ਗਿਆ। ਗੰਨੇ ਦੇ ਪੈਸੇ ਜਿਹੜੇ ਅਜੇ ਵੀ ਲੋਕਾਂ ਦੇ ਅੜੇ ਆ, ਕਿਉਂ ਨਹੀਂ ਕਰਦੇ ਇਹਨਾਂ ਭਜਨ ਸਿੰਘ ਜੀ, ਇਹ ਵੀ ਤੇ ਹੋ ਸਕਦਾ ਕਿਉਂਕਿ ਰਾਜਨੀਤਿਕ ਪੱਖ ਤੋਂ ਵੀ ਅਗਰ ਦੇਖਿਆ ਜਾਵੇ ਤਾਂ ਇਹ ਵੀ ਤੇ ਹੋ ਸਕਦਾ ਕਾਂਗਰਸ ਦਾ ਇਸ ਵੇਲੇ ਜਿਹੜਾ ਜਹਾਜ਼ ਨਾਲ ਡਾਰੀਆਂ ਮਾਰ ਰਿਹਾ, ਉੜਦਾ ਪਿਆ, ਬੱਲੇ ਬੱਲੇ ਹੋਈ ਪਈ। ਹਰ ਵੇਖੀਏ ਤਾਂ ਕਾਂਗਰਸ ਦੇ ਮੁਕਾਬਲੇ ਕੋਈ ਹੋਰ ਪਾਰਟੀ ਬਰਾਬਰ ਲੱਗਦੀ ਨਹੀਂ ਪਈ। ਕਿਤੇ ਇਹ ਤਾਂ ਨਹੀਂ ਕਿ ਕਿਸੇ ਰਾਜਨੀਤਿਕ ਪਾਰਟੀ ਦੇ ਤੁਸੀਂ ਹੱਥ ਹੋ ਕੇ ਬਣ ਗਏ ਹੋ, ਕਿਸੇ ਦੇ ਇਸ਼ਾਰੇ ਤੇ ਕਿਹਾ ਗਿਆ ਹੋਵੇ, ਕਿਸੇ ਹੋਰ ਪਾਰਟੀ ਨੇ ਕਿਹਾ ਗਿਆ ਹੋਵੇ ਕਿ ਕਾਂਗਰਸ ਜਿਹੜੀ ਹੈ ਨਾ ਇਹਦੀ ਮੱਝ 'ਚ ਬੱਲੇ ਬੱਲੇ ਹੋ ਰਹੀ ਹੈ, ਜਰਾ ਹੁਣ ਇਹਦੀ ਲੱਤ ਖਿੱਚੋ, ਉਹਦੇ ਕਰਕੇ ਤੁਸੀਂ ਆ ਕਰਦੇ ਹੋ। ਉਹ ਪਿਛਲੇ ਦਿਨੀ ਮਜੀਠੀਆ ਸਾਹਿਬ ਆਏ ਸ਼੍ਰੀ ਹਰਗੋਬਿੰਦਪੁਰ, ਠੀਕ ਹੈ, ਅਸੀਂ ਉਹਨਾਂ ਦਾ ਵੀ ਪੁਰਜ਼ੋਰ ਵਿਰੋਧ ਕੀਤਾ। ਪਰ ਉਹਨਾਂ ਫੋਟੋਆਂ ਦਿਖਾਈਆਂ, ਉਹ ਤੇ ਸਾਫ਼ ਪਤਾ ਲੱਗ ਰਿਹਾ ਸੀਗਾ ਕਿ ਉਹ ਜਿਹੜੇ ਨੇ ਅਕਾਲੀ ਦਲ ਨਾਲ ਤੇ ਹੋਰ ਪਾਰਟੀਆਂ ਨਾਲ ਸੰਬੰਧ ਸੀਗੇ। ਆ ਸਾਰੇ ਬੰਦੇ ਆ ਉਹੀ ਆ। ਅੱਛਾ, ਆ ਜਿਹੜੇ ਉਦੋਂ ਫੋਟੋਆਂ ਵਿਖਾ ਲਏ ਆਂਦੇ ਸੀ ਜਿਹੜੇ ਕਾਂਗਰਸ ਦੇ ਬੰਦੇ ਆ, ਜੇ ਕਾਂਗਰਸ ਦੇ ਅੱਜ ਕਾਂਗਰਸ ਦਾ ਕਿਉਂ ਵਿਰੋਧ ਕਰਨ ਆਏ ਆ? ਫਿਰ ਇਹ ਸਾਰੀ ਇਹਨਾਂ ਦੀ ਇੱਕ ਪਾਲਿਸੀ ਆ ਜਿਹੜੀ ਲੋਕਾਂ ਨੂੰ ਡਰਾਉਣਾ ਚਾਹੁੰਦੀ ਆ, ਧਮਕਾਉਣਾ ਚਾਹੁੰਦੀ ਆ। ਐਸੇ ਲੋਕ ਹੀ ਆ ਸਾਰੇ ਜਿਹੜੇ ਉਦੋਂ ਜਿਨ੍ਹਾਂ ਦੀਆਂ ਫੋਟੋਆਂ ਵਿਖਾਈਆਂ, ਅੱਜ ਵੀ ਸਾਰੇ ਲੋਕ ਆ ਖਲੋਤਾ ਹੀ ਇੱਕ, ਠੀਕ ਹੈ, ਸਾਰੇ ਲੋਕ ਇੱਥੇ ਉਹੀ ਲੋਕ ਵਾ ਜਿਨ੍ਹਾਂ ਦੀਆਂ ਫੋਟੋਆਂ ਵਿਖਾਈਆਂ ਜਾ ਰਹੀਆਂ। ਅਸੀਂ ਖੁਦ ਅਕਾਲੀ ਦਲ ਨਾਲ ਬਿਲੋਂਗ ਕਰਦੇ ਹਾਂ, ਪਰ ਜਦੋਂ ਇਹਨਾਂ ਨੂੰ ਛੱਡ ਦਿੱਤਾ, ਜਦੋਂ ਇਹਨਾਂ ਦੀਆਂ ਨੀਤੀਆਂ ਦਾ ਪਤਾ ਲੱਗਿਆ ਤੇ ਛੱਡ ਕੇ ਪਿੱਛੇ ਹੋ ਗਏ। ਆਖਿਰ ਪ੍ਰਤਾਪ ਬਾਜਵਾ ਦੇ ਵੇਖੋ ਦਾਅਵੇ ਨੇ ਜਿਹੜੇ ਉਹਨਾਂ ਦੇ, ਵੇਖੋ ਹੁਣ ਵੀ ਬਟਾਲਾ 'ਚ ਵੀ ਕਈ ਮੀਟਿੰਗਾਂ ਹੋਈਆਂ, ਕਿਸਾਨ ਪੱਖੀ ਉਹ ਗੱਲ ਕਰ ਰਹੇ ਨੇ। ਉਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਉਹਨਾਂ ਦੀਆਂ ਪਿਛਲੇ ਦਿਨਾਂ ਬਟਾਲਾ ਦੇ ਵਿੱਚ 1-2 ਹੋਰ ਰੈਲੀਆਂ ਹੋਣੀਆਂ ਸੀ ਜਦ ਤੋਂ ਤੁਹਾਡੀ ਸੰਯੁਕਤ ਕਿਸਾਨ ਮੋਰਚੇ ਦੀ ਉਹਨਾਂ ਨਾਲ ਮੀਟਿੰਗਾਂ ਹੋਈਆਂ ਰਾਜਨੀਤਿਕ ਪਾਰਟੀਆਂ ਦੇ ਨਾਲ। ਸੋ ਉਹਨਾਂ ਦੇ ਬਾਅਦ ਉਹਨਾਂ ਨੇ ਇੱਥੇ ਸਾਰੀਆਂ ਤੁਹਾਡੇ ਕਰਕੇ ਮੀਟਿੰਗਾਂ ਕੈਂਸਲ ਕਰ ਦਿੱਤੀਆਂ ਵੀ ਨਹੀਂ, ਅਸੀਂ ਕਿਸਾਨਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਹੁਣ ਕੋਈ ਬਟਾਲੇ ਮੀਟਿੰਗ ਨਹੀਂ ਕਰਾਂਗੇ। ਇੰਨਾ ਵਧੀਆ ਤਾਂ ਕਰ ਰਹੇ ਨੇ। ਵੇਖੋ ਜੇ ਕੋਈ ਵਧੀਆ ਕਰਨਗੇ ਤੇ ਅਸੀਂ ਕਿੱਦਾਂ ਮਾੜਾ ਕਵਾਂਗੇ? ਜੇ ਵੀ ਤੇ ਲਫ਼ਜ਼ ਉਹਨਾਂ ਬੋਲੇ, ਅਸੀਂ ਥੋੜੀ ਬੋਲੇ ਆ। ਜਿਹੜੇ ਕਿਸਾਨਾਂ ਨੂੰ ਭੁੱਖੇ ਨੰਗੇ ਕਹਿ ਰਹੇ ਆ ਵੀ ਇਹਨਾਂ ਨੂੰ ਘਰ ਕੋਈ ਪੁੱਛਦਾ ਨਹੀਂ, ਇਹ ਵੀ ਤੇ ਉਹਨਾਂ ਹੀ ਕਹੇ ਆ, ਅਸੀਂ ਥੋੜੀ ਕਹੇ ਆ। ਜੇ ਸੰਯੁਕਤ ਮੋਰਚੇ ਨੇ ਆਖਿਆ ਵਾ, ਅਪੀਲ ਕੀਤੀ ਉਹਨਾਂ ਨੂੰ, ਕੋਈ ਹੁਕਮ ਨਹੀਂ ਕੀਤਾ, ਅਪੀਲ ਕੀਤੀ ਵੀ ਭਾਈ ਤੁਸੀਂ ਇਹਨਾਂ ਲੋਕਾਂ ਦੀਆਂ ਵੋਟਾਂ ਲੈਂਦੇ ਜੇ, ਇਹਨਾਂ ਦੇ ਪੱਖ 'ਚ ਖਲੋ ਤੇ ਉਹਨਾਂ ਚਿਰ ਕੰਪੇਨ ਆਪਣੀ ਨਾ ਚਲਾਓ ਜਿੰਨਾ ਚਿਰ ਚੋਣ ਕਮਿਸ਼ਨ ਜਿਹੜੀ ਆ ਉਹ ਅਨਾਉਂਸ ਨਹੀਂ ਕਰਦਾ। ਪਰ ਇਹ ਤੇ ਕਹਿ ਰਹੇ ਨੇ ਕਿ ਇਹ ਕੰਪੇਨ ਹੈ ਹੀ ਨਹੀਂ, ਇਹ ਤਾਂ ਚੋਣ ਪ੍ਰਚਾਰ ਹੈ ਹੀ ਨਹੀਂ। ਇਹ ਤੇ ਜਿਹੜੀ ਜਨਤਾ ਦੀਆਂ ਸਕੀਮਾਂ ਨੇ ਜਿਹੜੀਆਂ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ, ਉਹ ਸਕੀਮਾਂ ਪਹੁੰਚਾਉਣ ਵਾਸਤੇ ਇੱਕ ਛੋਟੀ ਜੀ ਪਿੰਡ ਮੀਟਿੰਗ ਸੀਗੀ। ਅਗਰ ਇਹਦੇ ਵਿੱਚ ਜਿਹੜੀ ਜਨਤਾ ਦੀਆਂ ਕੰਮ ਹੋ ਰਹੇ ਨੇ ਤੇ ਇਹਦੇ ਵਿੱਚ ਕਹਿੰਦੇ ਤੁਹਾਨੂੰ ਇਤਰਾਜ਼ ਹੀ ਨਹੀਂ ਹੋਣਾ ਚਾਹੀਦਾ, ਕੰਮ ਹੋ ਰਿਹਾ। ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਅਸੀਂ ਵੀ ਤੇ ਆਪਣੀਆਂ ਮੁਸੀਬਤਾਂ ਲੈ ਕੇ ਗਏ ਸੀ ਉੱਥੇ, ਸਾਨੂੰ ਕਿਉਂ ਨਹੀਂ ਅੰਦਰ ਵੜਨ ਦਿੱਤਾ? ਸਾਥੋਂ ਕਾਹਦਾ ਡਰ ਆ? ਇਹੀ ਕਿਸਾਨ ਆ ਜਿੰਨਾ ਵੋਟਾਂ ਪਾਉਣੀਆਂ, ਸਾਥੋਂ ਕਾਹਦਾ ਡਰ ਆ? ਅੱਜ ਅਸੀਂ ਕੀ ਕੋਈ ਹਥਿਆਰ ਫੜਿਆ? ਸਾਥੋਂ ਹੈਗਾ ਕਿਸੇ ਨੂੰ ਡਰ? ਠੀਕ ਹੈ, ਠੀਕ ਹੈ। ਤੇ ਪਰ ਇਸ ਵੇਲੇ ਮੈਂ ਦੇਖ ਪਾ ਰਿਹਾ ਕਿ ਜੋ ਪੁਤਲਾ ਤੁਸੀਂ ਫੜਿਆ ਤੇ ਪੁਤਲੇ ਨੂੰ ਵੀ ਇਦਾਂ ਬਾਹਾਂ ਤੋਂ ਫੜ ਲਿਆ, ਫਿਰ ਕੀ ਗੱਲ ਹੈ? ਇਹ ਤਾਂ ਕਿਉਂ ਫੜਿਆ ਹੋਇਆ? ਇਹ ਭੱਜ ਨਾ ਜਾਵੇ ਇਸ ਕਰਕੇ। ਨਹੀਂ ਇਹ ਪੁਤਲਾ ਹੈ ਭਾਈ, ਇਹ ਤਾਂ ਵੀ ਉੱਡ ਜਾਂਦੇ ਆ ਜੀ, ਜਦੋਂ ਮੌਕਾ ਆਉਂਦਾ ਨਾ, ਜਦੋਂ ਲੋਕਾਂ ਦੇ ਮੁਸੀਬਤ ਆਉਂਦੀ ਆ ਇਹ ਉੱਡ ਜਾਂਦੇ ਆ, ਤਾਂ ਫਿਰ ਲੱਭਦੇ ਨਹੀਂ। ਇਸ ਕਰਕੇ ਇਹਨੂੰ ਅੱਜ ਫੜਿਆ ਵਾ। ਜੀ 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 ਬਿਲਕੁਲ। ਸੋ ਤੁਹਾਡਾ ਕੀ ਕਹਿਣਾ ਸੀ? ਵੀਰ ਹਰਭਜਨ ਹੋਣਾ ਨੇ ਤਾਂ ਬੜੀ ਡਿਟੇਲ ਦੇ ਵਿੱਚ ਬਹੁਤ ਕੁਝ ਸਾਨੂੰ ਦੱਸਿਆ ਔਰ ਗੱਲ ਕੀਤੀ ਹੈ ਕਿ ਆਖਿਰ ਨਾਰਾਜ਼ਗੀ ਕੀ ਹੈ, ਤੁਹਾਡੀ ਕੁਝ ਵੱਖਰੀ ਨਾਰਾਜ਼ਗੀ, ਵੱਖਰਾ ਐਂਗਲ ਕੀ ਹੈ? ਤੁਹਾਡਾ ਕੀ ਕਹਿਣਾ ਫਤਿਹ ਜੰਗ ਬਾਜਵੇ ਦੇ ਬਾਰੇ? ਇਹ ਤੇ ਕਿਸਾਨ ਪੱਖੀ ਗੱਲਾਂ ਕਰਦੇ ਨੇ। ਤੁਹਾਡੀਆਂ ਮੈਂ ਗੱਲਾਂ ਸੁਣ ਰਿਹਾ ਸੀ ਜੋ ਤੁਸੀਂ ਪ੍ਰਧਾਨ ਸਾਹਿਬ ਨੇ ਕੀਤੀਆਂ ਨੇ। ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਅੰਦੋਲਨ ਨੂੰ 7-8 ਮਹੀਨੇ ਤੋਂ ਵੱਧ ਹੋ ਗਿਆ ਟਾਈਮ। ਇਹ ਬਾਜਵਾ ਸਾਹਿਬ ਹੁਣ 2 ਮਹੀਨੇ ਜਾਣ ਕੇ ਬੜੇ ਸਰਗਰਮ ਹੋਣਦੇ ਨੇ। ਜਿੱਦਣ ਇਹ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਪ੍ਰਤਾਪ ਸਿੰਘ ਬਾਜਵਾ ਹੁਣ ਕਿੱਥੇ ਸੀ? ਉਦੋਂ ਕਿੱਥੇ ਸੀ ਇਹਨਾਂ ਦੀ ਟਿੱਪਣੀਆਂ? ਉਦੋਂ ਕਿੱਥੇ ਗਏ ਸੀ ਰੇਟ? ਉਦੋਂ ਕਿਉਂ ਨਹੀਂ ਕਿਹਾ ਕਿ ਆਓ ਲਿਆਓ ਤੁਹਾਡੇ 450 ਰੁਪਈਆ ਰੇਟ ਕਰ ਦਿੰਦੇ ਆ? ਫੈਸਲੇ ਉਦੋਂ ਕਰਦੇ ਜਦੋਂ ਅਸੀਂ ਦਬਾਅ ਪਾਉਂਦੇ ਆ। ਕਦੀ ਇਹਨਾਂ ਨੇ ਆਪਣੇ ਆਪ ਫੈਸਲੇ ਕੀਤੇ ਆ ਕਿ ਸਾਡਾ ਫਰਜ਼ ਬਣਦਾ ਕਿਸਾਨਾਂ ਲਈ ਕੁਝ ਕਰਨ ਲਈ, ਅਸੀਂ ਵੀ ਕੁਝ ਕਰੀਏ? ਆਹ ਜੀ ਸਾਡਾ ਜਵਾਬ। ਠੀਕ ਹੈ, ਠੀਕ ਹੈ। ਸੋ ਅੱਜ ਇਹ ਪੁਤਲੇ ਦਾ ਫੂਕਣ ਦੀ ਗੱਲ ਹੋਈ ਹੈ ਕਿ ਜਾਂ ਪੁਤਲਾ ਸਿਰ ਦਿਖਾਣਾ ਜਾਂ ਕੀ ਹੈ? ਮਤਲਬ ਅੱਜ ਕੀ ਕਰਾਂਗੇ? ਪੁਤਲੇ ਨੂੰ ਫੂਕ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ। ਰਹੀ ਗੱਲ ਬੰਦਿਆਂ ਦੀ, ਇਹ ਸਿਰਫ ਇੱਕ ਟ੍ਰੇਲਰ ਵਿਖਾਇਆ ਸੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਜਾਂ ਸ਼ਹਿਰ 'ਚ ਟ੍ਰੈਫਿਕ ਜਾਮ ਹੋਵੇ ਜਾਂ ਆਮ ਬੰਦਿਆਂ ਨੂੰ ਸਾਡੇ ਕਰਕੇ ਕੋਈ ਤੰਗੀ ਜਾਂ ਪਰੇਸ਼ਾਨੀ ਹੋਵੇ। ਲੇਕਿਨ ਜਿਹੜੇ 10 ਬੰਦੇ ਆ, ਮੈਂ ਇਹ ਕਹਿਣਾ ਚਾਹਨਾ ਕਿ ਆਪਾਂ ਫਤਿਹ ਜੰਗ ਸਿੰਘ ਬਾਜਵੇ ਹੋਣਾ ਨੂੰ ਸੁਨੇਹਾ ਵੀ ਤਾਂ ਭੇਜ ਸਕਦੇ ਨੇ ਕਿ ਅਸੀਂ ਬੈਠ ਕੇ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਆ, ਸਾਡੇ ਨਾਲ ਗੱਲ ਕਰੋ। ਅਗਰ ਉਹ ਤੁਹਾਡੇ ਨਾਲ ਬਾਤਚੀਤ ਨਾ ਕਰਦੇ ਫਿਰ ਤਾਂ ਰੋਸਾ ਜਾਇਜ਼ ਸੀ। ਆਪਾਂ ਜੇ ਬਾਤਚੀਤ ਦਾ ਦਰਵਾਜ਼ਾ ਜੇ ਉਹਨਾਂ ਨੇ ਬੰਦ ਕੀਤਾ ਤਾਂ ਫਿਰ ਦੱਸੋ। ਦੇਖੋ ਬਾਤਚੀਤ ਜਿਹੜੀ ਤੁਸੀਂ ਗੱਲ ਕਰ, ਗਲਤੀਆਂ ਵੀ ਉਹ ਕਰਨ ਤੇ ਜਾਈਏ ਵੀ ਅਸੀਂ ਉਹਨਾਂ ਕੋ, ਇਹ ਕੋਈ ਗੱਲ ਨਹੀਂ ਬਣਦੀ। ਤੁਸੀਂ ਕੀ ਚਾਹੁੰਦੇ ਹੋ? ਵੇਖੋ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜੀ ਇਹਨਾਂ ਗਲਤੀ ਕੀਤੀ ਆ, ਇਹ ਪ੍ਰੈਸ ਨੂੰ ਸੱਦ ਕੇ ਸੌਰੀ ਫੀਲ ਕਰਨ, ਸਾਰੇ ਕਿਸਾਨਾਂ ਕੋ ਮਾਫੀ ਮੰਗਣ ਕਿ ਜੋ ਮੇਰੇ ਕੋਲ ਲਫ਼ਜ਼ ਨਿਕਲੇ ਮੈਂ ਮਾਫੀ ਮੰਗਦਾ ਆ। ਕਿਹੜਾ ਇਹ ਲਫ਼ਜ਼ ਹੈ ਜਿਹੜਾ ਤੁਹਾਡੇ ਮਨ ਨੂੰ ਚੁੱਭ ਰਿਹਾ? ਇਹੋ ਗੱਲ ਕਿ ਭੁੱਖੇ ਨੰਗੇ ਆ। ਭੁੱਖੇ ਨੰਗੇ ਕਿੱਥੋਂ? ਆਡੀਆਂ 'ਚ ਇਹ ਫਿਰਨ, ਵੱਡੀਆਂ ਗੱਡੀਆਂ 'ਚ ਇਹ ਫਿਰਨ, ਪੈਸੇ ਸਾਡੇ ਆ, ਅਸੀਂ ਕਿਸਾਨ ਲੋਕ ਟੈਕਸ ਪੇ ਕਰ ਰਹੇ ਆ, ਫਿਰ ਇਹ ਰਾਜ ਭੋਗਣ ਦੇ ਆ। ਕਿਹੜੀਆਂ ਇਹਨਾਂ ਦੀ ਵੱਡੀਆਂ ਇਜਾਜ਼ਤਾਂ ਨੇ? ਦੱਸੋ ਸਾਨੂੰ, ਗਿਣਾਓ ਇਹਨਾਂ ਦੇ, ਕੱਢੋ ਇਹਨਾਂ ਦਾ ਕਿ ਜਿਹੜੀ ਇਜਾਜ਼ਤ ਹੈ ਮਾਪਿਓ ਦੀ ਇਹਨਾਂ ਦੀ ਹੈਗੀਆਂ ਪੁਰਾਣੀਆਂ। ਬਿਲਕੁਲ। ਤੇ ਤੁਹਾਡਾ ਆਖਰੀ ਇਹੀ ਹੈ ਕਿ ਇਹ ਮਸਲਾ ਠੰਡਾ ਕਿੱਦਾਂ ਪੈ ਸਕਦਾ? ਫਤਿਹ ਜੰਗ ਸਿੰਘ ਬਾਜਵਾ ਜਿਹੜਾ ਇਹਨਾਂ ਦੇ ਇਹ ਕੀ ਕਰਨ ਐਸਾ ਕਿ ਜਿਹਦੇ ਨਾਲ ਕਿਸਾਨਾਂ ਦਾ ਗੁੱਸਾ ਸ਼ਾਂਤ ਹੋਵੇ? ਵੇਖੋ ਇਹ ਸਾਰੀ ਖੇਡ ਹੁਣ ਕੁਦਰਤ ਨੇ ਸ਼ੁਰੂ ਕਰ ਦਿੱਤੀ ਆ। ਮੈਂ ਦਿੱਲੀ ਸਟੇਜ ਤੋਂ ਵੀ ਲਗਾਤਾਰ ਕਹਿੰਦਾ ਰਿਹਾ ਕਿ ਇਹ ਮੋਰਚਾ ਸਾਡੇ ਕੁਦਰਤ ਦਾ ਮੋਰਚਾ ਆ। ਗਲਤੀਆਂ ਉਹਨਾਂ ਨੇ ਆਪੇ ਕਰਾਉਣੀਆਂ ਨੇ।
ਜਿਨ੍ਹਾਂ ਨੇ ਸਾਡੇ ਕਿਸਾਨਾਂ ਦਾ ਨੁਕਸਾਨ ਕੀਤਾ ਉਹਨਾਂ 'ਚ ਕੋਈ ਨਹੀਂ ਬਚੂਗਾ, ਸਭ ਮਰਨਗੇ, ਸਾਰੇ ਮਾਰੇ ਜਾਣਗੇ, ਸਭਾਂ ਦਾ ਪੱਤਾ ਸਾਫ਼ ਹੋਊਗਾ। ਸੋ ਇਹ ਗਲਤੀਆਂ ਕੁਦਰਤ ਆਪ ਕਰਵਾ ਰਹੇ ਇਹਨਾਂ ਕੋਲੋਂ। ਫੁਆਰਾ ਚੌਂਕ ਬਟਾਲਾ ਦਾ। ਸੋ ਇੱਥੇ ਇਸ ਵੇਲੇ ਅਸੀਂ ਦੇਖ ਪਾ ਰਹੇ ਹਾਂ ਕਿ ਫਤਿਹ ਜੰਗ ਸਿੰਘ ਬਾਜਵਾ ਦਾ ਜਿਹੜਾ ਪੁਤਲਾ ਉਹ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਹੈ ਉਹ ਇੱਥੇ ਖੜੀ ਹੈ, ਬੈਠੀ ਹੋਈ ਹੈ, ਨਾਲ ਦੀ ਨਾਲ ਪੁਤਲਾ ਲੈ ਕੇ ਖੜੇ ਨੇ। ਔਰ ਇਹਨਾਂ ਦੀ ਮੰਗ ਇਹੀ ਹੈ ਕਿ ਜੋ ਵਿਵਾਦਤ ਬੋਲ ਜਿਹੜੇ ਨੇ ਫਤਿਹ ਜੰਗ ਸਿੰਘ ਬਾਜਵਾ ਕੋਲੋਂ ਬੋਲੇ ਗਏ ਨੇ ਉਹਨਾਂ ਲਈ ਉਹ ਮੁਆਫੀ ਮੰਗਣ। ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ ਕੀ ਮਾਫੀ ਮੰਗਦੇ ਨੇ ਕਿ ਜਾਂ ਕਿਸਾਨਾਂ ਦਾ ਰੋਹ ਇਸੇ ਤਰ੍ਹਾਂ ਵੱਧਦਾ ਨਜ਼ਰ ਆਏਗਾ। ਤੁਸੀਂ ਜੁੜੇ ਰਹੋ ਹੱਕ ਸੱਚ ਦੀ ਆਵਾਜ਼ ਦਾ ਟੀਵੀ NRI ਨਾਲ।